ਪੰਜਾਬੀ ਵਿਕਾਸ ਮੰਚ ਦੇ ਜਿਹੜਾ ਤੁਸੀਂ ਹੈਗਾ ਤੁਹਾਡਾ ਇੱਕ ਯੂਕੇ ਦਾ ਉਸ ਦੇ ਨਾਲ ਜੁੜੇ ਹੋਏ ਹੋ ਬਾਨੀ ਮੈਂਬਰ ਹੈਗੇ ਹੋ ਤੁਸੀਂ ਫਾਊਂਡਰ ਮੈਂਬਰ ਹੈਗੇ ਹੋ ਤੇ ਉਹਦੇ ਵਿੱਚ ਤੁਸੀਂ ਇੱਧਰ ਆਉਣ ਦਾ ਤੁਹਾਡਾ ਅੱਜ ਪਰਪਸ ਕੀ ਹੈ ਬੇਸਿਕਲੀ ਕਿਹਾ ਵੀ ਚਲੋ ਵਾਪਸ ਪੰਜਾਬ ਚੱਲਦੇ ਆਂ ਵੀ ਦੇਖਦੇ ਆਂ ਕਿ ਵੀ ਸਾਨੂੰ ਕਿਹੋ ਜਿਹਾ ਜਵਾਬ ਪੰਜਾਬੀਆਂ ਤੋਂ ਮਿਲਦਾ ਕੀ ਅਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਸਕਦੇ ਆਂ ਜਾਂ ਉਹ ਸਾਡੇ ਨਾਲ ਰਲ ਕੇ ਕੰਮ ਕਰ ਸਕਦੇ ਆਂ ਤੇ ਉਹਦੇ ਵਿੱਚੋਂ ਕੀ ਕੱਢਿਆ ਤੁਹਾਨੂੰ ਕੀ ਲੱਗਿਆ ਮਤਲਬ ਉੱਥੇ ਦੀਆਂ ਕੀ ਦਿੱਕਤਾਂ ਨੇ ਤੁਹਾਡੇ ਹਿਸਾਬ ਦੇ ਨਾਲ ਪੰਜਾਬੀ ਨੂੰ ਲੈ ਕੇ ਤੇ ਇੱਥੇ ਤੁਹਾਨੂੰ ਕਿਵੇਂ ਦੇ ਮਤਲਬ ਕਿ ਹਜੇ ਤੱਕ ਤਜਰਬੇ ਹੋਏ ਨੇ ਜਿੰਨਾ ਬਰੀਫ ਜਿੰਨਾ ਵੀ ਹੋਇਆ ਇੱਥੋਂ ਦੇ ਲੋਕ ਕਹਿ ਦਿੰਦੇ ਆ ਕਿ ਪਹਿਲੀ ਤਾਂ ਗੱਲ ਉਹ ਇੰਟਰਪ੍ਰੀਟੇਸ਼ਨ ਇਹ ਲੈਂਦੇ ਆ ਕਿ ਜੀ ਅਸੀਂ ਅੰਗਰੇਜ਼ੀ ਦੇ ਵਿਰੁੱਧ ਆ ਔਰ ਦੂਸਰੀ ਉਹ ਕਹਿ ਦਿੰਦੇ ਆ ਜੀ ਸਾਨੂੰ ਤਾਂ ਅੰਗਰੇਜ਼ੀ ਪੜ੍ਹਨੀ ਪੈਣੀ ਆ ਕਿਉਂਕਿ ਇਹ ਇੰਟਰਨੈਸ਼ਨਲ ਭਾਸ਼ਾ ਅੱਜ ਕਿਉਂਕਿ ਰਿਸੋਰਸਿਸ ਅੰਗਰੇਜ਼ੀ ਵਾਲਿਆਂ ਕੋਲ ਖਾਸ ਕਰ ਅਮਰੀਕੀਆਂ ਦੇ ਕੋਲ ਜ਼ਿਆਦਾ ਹੈਗੇ ਆ ਉਹਨਾਂ ਨੇ ਉਹ ਜਿਹੜਾ ਵਿਗਿਆਨਕ ਸਾਹਿਤ ਆ ਉਹ ਬਹੁਤ ਪੈਦਾ ਕੀਤਾ ਜਿਹੜਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹੈਗੇ ਆ ਅਸੀਂ ਵਰਤਦੇ ਵੀ ਹੈਗੇ ਆ ਭਾਰਤੀ ਜਿਹੜੇ ਆ ਉਹ ਮੱਲੋ ਮੱਲੀ ਉਹਨੂੰ ਇੰਟਰਨੈਸ਼ਨਲ ਬਣਾਈ ਜਾਂਦੇ ਆ ਔਰ ਫਿਰ ਇਹ ਕਹਿੰਦੇ ਆ ਕਿ ਜੀ ਸਾਨੂੰ ਜਿਹੜੀ ਪੜ੍ਹਾਈ ਆ ਉਹ ਅੰਗਰੇਜ਼ੀ 'ਚ ਹੀ ਕਰਨੀ ਪਵੇਗੀ ਕਿਉਂਕਿ ਇਹ ਇੰਟਰਨੈਸ਼ਨਲ ਭਾਸ਼ਾ ਆ ਸਾਨੂੰ ਬਹੁਤ ਧੱਕਾ ਲੱਗਾ ਇਸ ਦੇ ਵਿੱਚ ਕਿ ਉਹ ਕਰਨਾ ਹੀ ਨਹੀਂ ਚਾਹੁੰਦੇ ਉਹ ਜਦੋਂ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਨਾ 1966 ਦੇ ਵਿੱਚ ਉਹਨੇ ਕਿਹਾ ਸੀ ਕਿ ਇਹ 1970 ਤੱਕ ਅਸੀਂ ਚੰਦ ਤੇ ਜਾਣਾ ਉਹਨਾਂ ਨੇ ਕਰਕੇ ਦਿਖਾਤਾ ਇੱਥੋਂ ਦੇ ਲੋਕ ਜਿਹੜੇ ਆ ਨਾ ਡਿਫੀਟਿਸਟ ਜ਼ਿਆਦਾ ਹੈਗੇ ਆ ਕਿ ਬਈ ਉਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿਤਾ ਜੀ ਅਸੀਂ ਹਾਰ ਗਏ ਹੈਗੇ ਆ ਜਿਹੜੀ ਭਾਸ਼ਾ ਉਹ ਅਖਬਾਰਾਂ 'ਚ ਲਿਖੀ ਜਾਂਦੀ ਆ ਸਾਨੂੰ ਮਹਿਸੂਸ ਹੁੰਦਾ ਕਿ ਬਈ ਉਹ ਅੰਗਰੇਜ਼ੀ ਨੂੰ ਗੁਰਮੁਖੀ ਦੇ ਵਿੱਚ ਲਿਖ ਕੇ ਉਹਨੂੰ ਪੰਜਾਬੀ ਕਹੀ ਜਾਂਦੇ ਆ ਕਿ ਅੱਜ ਤੋਂ 20 ਸਾਲ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਸੀ ਉਹ ਮੈਨੂੰ ਮੇਰੀਆਂ ਬੇਟੇ ਕਹਿੰਦੇ ਡੈਡ ਅਸੀਂ ਤਾਂ ਇੱਥੇ ਆਏ ਸੀਗੇ ਪੰਜਾਬੀ ਬੋਲਣ ਤੇ ਉਹ ਸਾਡੇ ਨਾਲ ਤਾਂ ਅੰਗਰੇਜ਼ੀ ਬੋਲਦੇ ਆ ਉਹ ਸਹੇਲੀਆਂ ਕਹਿਣ ਬੇਟੇ ਤੁਸੀਂ ਇਹਦੇ ਨਾਲ ਗੱਲ ਕਰੋ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਜ਼ਿਆਦਾ ਅੰਗਰੇਜ਼ੀ ਸਿੱਖੋਗੇ ਤੁਸੀਂ ਤੇ ਹੁਣ ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਕਿ ਬਈ ਪੰਜਾਬ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਉੱਥੇ ਪੰਜਾਬੀ ਜਦ ਬੋਲਦੇ ਹੀ ਨਹੀਂ ਹੈਗੇ ਤਾਂ ਉਹ ਕਿਸ ਤਰ੍ਹਾਂ ਸਿੱਖ ਲੈਣਗੇ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵਿਕਾਸ ਮੰਚ ਯੂਕੇ ਤੋਂ ਡਾਕਟਰ ਬਲਦੇਵ ਸਿੰਘ ਕੰਦੋਲਾ ਸਾਡੇ ਨਾਲ ਨੇ ਇਸ ਵਕਤ ਅੱਜ ਉਹ ਯੂਕੇ ਤੋਂ ਕੁਝ ਦੋਸਤ ਤੁਰ ਕੇ ਇੱਥੇ ਆਏ ਨੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਗੱਲਬਾਤ ਕਰਨ ਲਈ ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਧੰਨਵਾਦ। ਤੁਸੀਂ ਪੰਜਾਬੀ ਵਿਕਾਸ ਮੰਚ ਦੇ ਜਿਹੜਾ ਤੁਸੀਂ ਹੈਗਾ ਤੁਹਾਡਾ ਇੱਕ ਯੂਕੇ ਦਾ ਉਸ ਦੇ ਨਾਲ ਜੁੜੇ ਹੋਏ ਹੋ ਬਾਨੀ ਮੈਂਬਰ ਹੈਗੇ ਹੋ ਤੁਸੀਂ ਫਾਊਂਡਰ ਮੈਂਬਰ ਹੈਗੇ ਹੋ ਤੇ ਉਹਦੇ ਵਿੱਚ ਤੁਸੀਂ ਇੱਧਰ ਆਉਣ ਦਾ ਤੁਹਾਡਾ ਅੱਜ ਪਰਪਸ ਕੀ ਹੈ ਬੇਸਿਕਲੀ? ਸਾਡਾ ਪਰਪਸ ਇਹ ਹੈ ਜੀ ਬਹੁਤ ਚਿਰ ਤੋਂ ਅਸੀਂ ਇਹ ਦੇਖ ਰਹੇ ਸੀ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਨਿਗਾਰ ਆ ਰਿਹਾ ਹੈ ਨਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਥੇ ਵੀ ਕਿ ਉਹਨੂੰ ਅਸੀਂ ਐਡਰੈਸ ਕਿਸ ਤਰ੍ਹਾਂ ਕਰ ਸਕਦੇ ਹਾਂ ਉਹਦੇ ਲਈ ਹੱਲ ਕਿਸ ਤਰ੍ਹਾਂ ਲੱਭ ਸਕਦੇ ਹਾਂ ਤੇ ਅਸੀਂ ਫਿਰ ਇੱਥੇ ਪੰਜਾਬ ਵੀ ਆਏ ਅਸੀਂ ਕਿਹਾ ਵੀ ਅਸੀਂ ਪੰਜਾਬ ਹਰ ਸਾਲ ਜਾਂ ਹਰ ਮਹੀਨੇ ਤਾਂ ਆ ਨਹੀਂ ਸਕਦੇ ਕਿ ਕਿਉਂ ਨਾ ਅਸੀਂ ਉਹ ਆਪਣੀ ਜਿਹੜੀ ਸੰਸਥਾ ਆ ਉੱਥੇ ਯੂਕੇ ਦੇ ਵਿੱਚ ਬਣਾਈਏ ਜਿਹੜੇ ਅਸੀਂ ਸੋਚਦੇ ਹਾਂ ਵੀ ਆਹ ਪੰਜਾਬੀ ਦੇ ਕੰਮ ਕਰਨ ਵਾਲੇ ਆ ਪਹਿਲਾਂ ਆਪਾਂ ਯੂਕੇ ਦੇ ਵਿੱਚ ਰਹਿ ਕੇ ਉਹ ਕੰਮ ਕਰ ਲਈਏ ਬਾਅਦ ਦੇ ਵਿੱਚ ਦੇਖਾਂਗੇ ਕਿ ਪੰਜਾਬੀਆਂ ਦੇ ਨਾਲ ਰਲ ਕੇ ਆਪਾਂ ਕਿੱਥੋਂ ਤੱਕ ਪਹੁੰਚ ਸਕਦੇ ਹਾਂ। ਹੁਣ ਕਿਉਂਕਿ ਸਾਨੂੰ 8 ਸਾਲ ਹੋ ਗਏ ਇਸ ਸੰਸਥਾ ਨੂੰ ਚਲਾਉਂਦਿਆਂ ਨੂੰ ਤੇ ਅਸੀਂ ਕੰਮ ਵੀ ਕੀਤੇ ਹੈਗੇ ਆ ਜਿੱਦਾਂ BBC ਦੀ ਵੈਬਸਾਈਟ ਦੇ ਕੈਂਪੇਨ ਕੀਤਾ ਸੀਗਾ ਕਿ ਪੰਜਾਬੀ ਦਾ ਕੀਬੋਰਡ ਬਣਾਇਆ ਹੈਗਾ ਮੈਂ ਨਿੱਜੀ ਤੌਰ ਤੇ ਵਿਗਿਆਨ ਦੀਆਂ ਕਿਤਾਬਾਂ ਲਿਖੀਆਂ ਹੈਗੀਆਂ ਉਹ ਇੱਕ ਤਜਰਬੇ ਦੇ ਤੌਰ ਤੇ ਵੀ ਕੀ ਪੰਜਾਬੀ ਦੇ ਵਿੱਚ ਵਿਗਿਆਨ ਲਿਖਿਆ ਜਾ ਸਕਦਾ ਤੇ ਉਹ ਸਾਨੂੰ ਕਾਮਯਾਬੀ ਮਿਲੀ ਕਰਕੇ ਤਾਂ ਅਸੀਂ ਕਿਹਾ ਵੀ ਚਲੋ ਵਾਪਸ ਪੰਜਾਬ ਚੱਲਦੇ ਆਂ ਵੀ ਦੇਖਦੇ ਆਂ ਕਿ ਵੀ ਸਾਨੂੰ ਕਿਹੋ ਜਿਹਾ ਜਵਾਬ ਪੰਜਾਬੀਆਂ ਤੋਂ ਮਿਲਦਾ ਕੀ ਅਸੀਂ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਸਕਦੇ ਹਾਂ ਜਾਂ ਉਹ ਸਾਡੇ ਨਾਲ ਰਲ ਕੇ ਕੰਮ ਕਰ ਸਕਦੇ ਹਾਂ ਤਾਂ ਕਿ ਉਹ ਜਿਹੜੇ ਸੰਬੰਧ ਆ ਉਹ ਪੈਦਾ ਕੀਤੇ ਜਾਣ ਇਹ ਸਾਡਾ ਮਨੋਰਥ ਹੈਗਾ ਇੱਥੇ ਆਉਣ ਦਾ ਜੀ। ਡਾਕਟਰ ਸਾਹਿਬ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਔਰ ਇੱਥੇ ਆ ਕੇ ਜਿਹੜਾ ਤੁਸੀਂ ਥੋੜਾ ਜਿਹਾ ਵੀ ਜੇ ਲੋਕਾਂ ਨਾਲ ਰੂਬਰੂ ਹੋਏ ਹੋ ਤੇ ਉਹਦੇ ਵਿੱਚੋਂ ਕੀ ਕੱਢਿਆ ਤੁਹਾਨੂੰ ਕੀ ਲੱਗਿਆ ਮਤਲਬ ਉੱਥੇ ਦੀਆਂ ਕੀ ਦਿੱਕਤਾਂ ਨੇ ਤੁਹਾਡੇ ਹਿਸਾਬ ਦੇ ਨਾਲ ਪੰਜਾਬੀ ਨੂੰ ਲੈ ਕੇ ਤੇ ਇੱਥੇ ਤੁਹਾਨੂੰ ਕਿਵੇਂ ਦੇ ਮਤਲਬ ਕਿ ਹਜੇ ਤੱਕ ਤਜਰਬੇ ਹੋਏ ਨੇ ਜਿੰਨਾ ਬਰੀਫ ਜਿੰਨਾ ਵੀ ਹੋਇਆ? ਹਾਂਜੀ ਸਾਨੂੰ ਅਸੀਂ 1 ਮਹੀਨੇ ਲਈ ਆਏ ਸੀ ਤੇ ਹੁਣ 20 ਦਿਨ ਹੋ ਗਏ ਸਾਨੂੰ ਇੱਥੇ ਵਿਚਰਦਿਆਂ ਨੂੰ ਜਿਹੜੀ ਗੱਲਬਾਤ ਇੱਥੋਂ ਦੇ ਲੋਕਾਂ ਨਾਲ ਕਰਦੇ ਆ ਔਰ ਅਸੀਂ ਮੈਂ ਸਮਝਦਾ ਕਿ ਬਈ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਹੁੰਦੇ ਆ ਇੱਥੇ ਬਹੁਤ ਵੱਡਾ ਝਟਕਾ ਲੱਗਾ ਕਿ ਬਈ ਜਿਹੜਾ ਕਨਸੈਪਸ਼ਨ ਹੈਗਾ ਨਾ ਭਾਸ਼ਾ ਦਾ ਜਿਹੜੀ ਜੋ ਰਵੱਈਆ ਹੈਗਾ ਭਾਸ਼ਾ ਦਾ ਅੰਗਰੇਜ਼ੀ ਦੇ ਲਈ ਪੰਜਾਬੀ ਦੇ ਲਈ ਉਹ ਕਈ ਵਾਰੀ ਨਾ ਇੰਨਾ ਸ਼ੌਕਿੰਗ ਲੱਗਦਾ
ਕਿ ਬਈ ਯਾਰ ਇਹ ਸਮੱਸਿਆ ਕਿਸ ਤਰ੍ਹਾਂ ਹੱਲ ਕੀਤੀ ਜਾ ਸਕਦੀ ਆ। ਰਵੱਈਆ ਤੋਂ ਮਤਲਬ ਕੀ ਤੁਹਾਡਾ? ਰਵੱਈਆ ਤਾਂ ਮਤਲਬ ਕਿ ਬਈ ਸਭ ਤੋਂ ਪਹਿਲਾਂ ਜਦੋਂ ਭਾਸ਼ਾ ਦੀ ਗੱਲ ਹੁੰਦੀ ਨਾ, ਇੱਥੋਂ ਦੇ ਲੋਕ ਕਹਿ ਦਿੰਦੇ ਆ ਕਿ ਪਹਿਲੀ ਤਾਂ ਗੱਲ ਉਹ ਇੰਟਰਪ੍ਰੀਟੇਸ਼ਨ ਇਹ ਲੈਂਦੇ ਆ ਕਿ ਜੀ ਅਸੀਂ ਅੰਗਰੇਜ਼ੀ ਦੇ ਵਿਰੁੱਧ ਆ, ਔਰ ਦੂਸਰੀ ਉਹ ਕਹਿ ਦਿੰਦੇ ਆ ਜੀ ਸਾਨੂੰ ਤਾਂ ਅੰਗਰੇਜ਼ੀ ਪੜ੍ਹਨੀ ਪੈਣੀ ਆ ਕਿਉਂਕਿ ਇਹ ਇੰਟਰਨੈਸ਼ਨਲ ਭਾਸ਼ਾ ਆ। ਮੈਂ ਫਰਾਂਸ ਦੇ ਵਿੱਚ ਜਾਣਾ, ਮੈਂ ਜਾਪਾਨ ਜਾਣਾ, ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਬਈ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈਗੀ ਆ। ਉਹ ਕਹਿੰਦੇ ਆ ਕਿ ਬਈ ਅਮਰੀਕਾ ਦੇ ਕੋਲ ਪੈਸੇ ਜ਼ਿਆਦਾ ਹੋਣ ਕਰਕੇ ਇਹਦੇ ਵਿੱਚ ਵਿਗਿਆਨ ਦਾ ਸਾਹਿਤ ਜਿਹੜਾ ਆ ਉਹ ਬਹੁਤ ਪੈਦਾ ਕੀਤਾ ਗਿਆ। ਅੱਜ ਤੋਂ 80-90 ਸਾਲ ਪਹਿਲਾਂ ਜਰਮਨ ਜਿਹੜੀ ਸੀ ਉਹਦਾ ਮੁਕਾਬਲਾ ਕੋਈ ਨਹੀਂ ਸੀ ਕਰ ਸਕਦਾ, ਉਹ ਤੋਂ ਪਹਿਲਾਂ ਫਰਾਂਸੀਸੀ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਅੱਜ ਕਿਉਂਕਿ ਰਿਸੋਰਸਿਸ ਅੰਗਰੇਜ਼ੀ ਵਾਲਿਆਂ ਕੋਲ, ਖਾਸ ਕਰ ਅਮਰੀਕੀਆਂ ਦੇ ਕੋਲ ਜ਼ਿਆਦਾ ਹੈਗੇ ਆ, ਉਹਨਾਂ ਨੇ ਉਹ ਜਿਹੜਾ ਵਿਗਿਆਨਕ ਸਾਹਿਤ ਆ ਉਹ ਬਹੁਤ ਪੈਦਾ ਕੀਤਾ, ਜਿਹੜਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹੈਗੇ ਆ, ਅਸੀਂ ਵਰਤਦੇ ਵੀ ਹੈਗੇ ਆ। ਫਰਾਂਸੀਸੀ ਲੋਕ ਆ ਉਹ ਵਰਤਦੇ ਹੈਗੇ। ਮੈਨੂੰ ਕੋਰੀਆ 'ਚ ਜਾਣ ਦਾ ਮੌਕਾ ਮਿਲਿਆ, ਉਹ ਜਿਹੜੇ ਆ ਉਹਨਾਂ ਨੂੰ ਸਾਰਾ ਕੰਮ ਕੋਰੀਅਨ 'ਚ ਕਰਦੇ ਆ, ਲੇਕਿਨ ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਆ, ਫਰਾਂਸੀਸੀ ਵੀ ਆਉਂਦੀ ਆ। ਜਿਹੜਾ ਲਿਟਰੇਚਰ ਉਹਨਾਂ ਨੂੰ ਆਪਣੇ ਸਬਜੈਕਟ ਤੇ ਮਿਲਦਾ ਆ ਉਹ ਉਹਨਾਂ 'ਚੋਂ ਲੈ ਲੈਂਦੇ ਆ। ਲੇਕਿਨ ਇੱਥੇ ਆ ਕੇ ਉਹ ਜਿੱਦਾਂ ਕਹਿੰਦੇ ਹੁੰਦੇ ਨੇ, ਭਾਰਤੀ ਫਿਲਮਾਂ ਦੇ ਵਿੱਚ ਮੈਂ ਦੇਖਿਆ ਸੀ ਕਿ ਬਈ ਇੱਕ ਹੀਰੋ ਹੁੰਦਾ ਤੇ ਉਹਦੇ 3-4 ਚਮਚੇ ਹੁੰਦੇ ਆ, ਕਿ ਉਹ ਜਿਹੜਾ ਆ ਨਾ ਬਈ ਮੈਨੂੰ ਇੱਦਾਂ ਲੱਗਦਾ ਕਿ ਬਈ ਭਾਰਤੀ ਜਿਹੜੇ ਆ ਉਹ ਅੰਗਰੇਜ਼ੀ ਭਾਸ਼ਾ ਦੇ ਚਮਚੇ ਬਣ ਕੇ ਰਹਿ ਗਏ ਆ। ਹਾਲਾਂਕਿ ਅੰਗਰੇਜ਼ ਨਹੀਂ ਕਹਿੰਦੇ ਕਿ ਇੰਟਰਨੈਸ਼ਨਲ ਭਾਸ਼ਾ, ਉਹ ਕਹਿੰਦੇ ਆ ਵੀ ਬਈ ਕਾਫੀ ਬੋਲੀ ਜਾਂਦੀ ਆ ਕਿਉਂਕਿ ਇਹ ਕਨਵੀਨੀਅੰਟ ਬਣ ਚੁੱਕੀ ਆ। ਕਿ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਵੀ ਫਰਾਂਸੀਸੀ ਹੁੰਦੀ ਸੀ ਤੇ ਲੇਕਿਨ ਭਾਰਤੀ ਜਿਹੜੇ ਆ ਉਹ ਮੱਲੋ ਮੱਲੀ ਉਹਨੂੰ ਇੰਟਰਨੈਸ਼ਨਲ ਬਣਾਈ ਜਾਂਦੇ ਆ, ਔਰ ਫਿਰ ਇਹ ਕਹਿੰਦੇ ਆ ਕਿ ਜੀ ਸਾਨੂੰ ਜਿਹੜੀ ਪੜ੍ਹਾਈ ਆ ਉਹ ਅੰਗਰੇਜ਼ੀ 'ਚ ਹੀ ਕਰਨੀ ਪਵੇਗੀ ਕਿਉਂਕਿ ਇਹ ਇੰਟਰਨੈਸ਼ਨਲ ਭਾਸ਼ਾ ਆ। ਉਹ ਕਿਸ ਤਰ੍ਹਾਂ ਬਈ ਜੋ ਦੋਨਾਂ ਚੀਜ਼ਾਂ ਦਾ ਸੰਬੰਧ ਕੋਈ ਨਹੀਂ ਹੈਗਾ। ਤੁਸੀਂ ਜਿਹੜੀ ਆ ਆਪਣੀ ਪੜ੍ਹਾਈ ਆ ਬੱਚਿਆਂ ਦੀ ਉਹ ਤੁਸੀਂ ਪੰਜਾਬੀ, ਹਿੰਦੀ, ਤਾਮਿਲ 'ਚ ਕਰੋ। ਉਹਨਾਂ ਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਜਦੋਂ ਕਨਸੈਪਟ ਵੱਧ ਜਾਂਦੇ ਆ, ਉਹ ਫਰਾਂਸ ਦੇ ਵਿੱਚ ਜਾ ਕੇ ਵੀ ਕੰਮ ਕਰ ਸਕਦੇ ਆ, ਉਹ ਜਰਮਨੀ 'ਚ ਜਾ ਕੇ ਵੀ, ਕਿਉਂਕਿ ਉਹਨਾਂ ਨੂੰ ਉਹ ਜਿਹੜੀ ਆ ਸਾਇੰਸ ਆ ਉਹ ਸਮਝ ਆਉਂਦੀ ਆ। ਲੇਕਿਨ ਜਦ ਤੁਸੀਂ ਇੱਥੇ ਥੋਪਦੇ ਆ ਬੱਚਿਆਂ ਦੇ ਉੱਤੇ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ। ਮੇਰੇ ਨਾਲ ਉੱਥੇ ਮੈਂ ਜਦੋਂ ਐਡਨਬਰਾ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀਗਾ ਸਕਾਟਲੈਂਡ ਦੇ ਵਿੱਚ, ਤੇ ਇੱਥੋਂ ਕਾਫੀ ਲੋਕ ਜਾਂਦੇ ਹੁੰਦੇ ਸੀ ਸਟੂਡੈਂਟਸ ਪੋਸਟ ਗ੍ਰੈਜੂਏਟ ਕਰਨ। ਉਹਨਾਂ ਨੂੰ ਬੇਸਿਕ ਚੀਜ਼ਾਂ ਵੀ ਨਹੀਂ ਸੀ ਆਉਂਦੀਆਂ, ਉਹ ਬੋਲ ਵੀ ਨਹੀਂ ਸੀ ਸਕਦੇ, ਹਾਲਾਂਕਿ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਭ ਕੁਝ ਕੀਤਾ ਹੁੰਦਾ ਸੀ। ਔਰ ਉਹਨਾਂ ਦੀ ਜਿਹੜੀ ਸ਼ਿਕਾਇਤ ਲੋਕਲ ਬੰਦਿਆਂ ਦੀ ਇਹੀ ਹੁੰਦੀ ਸੀ ਕਿ ਬਈ ਤੁਹਾਨੂੰ ਜਿਹੜੀ ਕਿਸੇ ਚੀਜ਼ ਦੀ ਡਿਸਕ੍ਰਿਪਸ਼ਨ ਵੀ ਨਹੀਂ ਦੇਣੀ ਆਉਂਦੀ, ਬਿਲਕੁਲ ਨਹੀਂ। ਉਹ ਮੈਥਮੈਟਿਕਸ ਦੇ ਵਿੱਚ ਬਹੁਤ ਆਪਣੇ ਆਪ ਨੂੰ ਐਕਸਪਰਟ ਸਮਝਦੇ ਸੀਗੇ ਇੰਡੀਅਨ, ਬਿਲਕੁਲ ਠੀਕ ਹੈ ਕਿ ਉਹ ਸੀਗੇ। ਲੇਕਿਨ ਜਦ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਹੁਣ ਆਹ ਜਿਹੜਾ ਐਕਸਪੈਰੀਮੈਂਟ ਆ ਜਾਂ ਆਹ ਜਿਹੜੀ ਇਕੁਏਸ਼ਨ ਹੈ ਇਹਦੀ ਡਿਸਕ੍ਰਿਪਸ਼ਨ ਦਿਓ, ਉੱਥੇ ਹੀ ਉਹ ਫੇਲ ਹੋ ਜਾਂਦੇ ਸੀਗੇ। ਜੇਕਰ ਉਹਨਾਂ ਨੂੰ ਉਹ ਜਿਹੜੀ ਡਿਸਕ੍ਰਿਪਸ਼ਨ ਆ ਪੰਜਾਬੀ 'ਚ ਕੀਤੀ ਹੁੰਦੀ, ਕਿਉਂਕਿ ਉਹਨਾਂ ਦੀ ਭਾਸ਼ਾ ਆ, ਉਹਨਾਂ ਨੂੰ ਅੰਗਰੇਜ਼ੀ ਜਾਂ ਜਰਮਨ ਜਾਂ ਇਟਾਲੀਅਨ ਦੇ ਵਿੱਚ ਉਹ ਦੇਣਾ ਕੋਈ ਮੁਸ਼ਕਲ ਨਾ ਹੁੰਦਾ, ਬਿਲਕੁਲ ਨਾ ਹੁੰਦਾ। ਸੋ ਇੱਥੇ ਜਿਹੜਾ ਭੂਤ ਸਵਾਰਿਆ ਨਾ ਅੰਗਰੇਜ਼ੀ ਦਾ ਹਰ ਗੱਲ ਦੇ ਵਿੱਚ, ਕਿੰਨੇ ਪ੍ਰਾਈਵੇਟ ਸਕੂਲ ਹੈਗੇ ਆ, ਕਿੰਨੇ ਕਨਵੈਂਟ। ਮੈਂ ਬਾਰ-ਬਾਰ ਕਹਿੰਦਾ ਹੁੰਦਾ ਵੀ ਅੰਗਰੇਜ਼ਾਂ ਨੇ 100-200 ਸਾਲ ਪਹਿਲਾਂ ਇਹ ਰੀਅਲਾਈਜ਼ ਕਰ ਲਿਆ ਕਿ ਜਿਹੜੇ ਕ੍ਰਿਸਚੀਅਨ ਕਨਵੈਂਟ ਸਕੂਲ ਆ, ਇਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹਦੇ ਤੇ ਸਭ ਤੋਂ ਵੱਡਾ ਰੋਲ ਆ ਇਹ ਸੀਗੇ, ਕਿਉਂਕਿ ਉਹਨਾਂ ਦਾ ਐਮਫੈਸਿਸ ਜਿਹੜਾ ਸੀ ਉਹ ਧਰਮ ਤੇ ਜ਼ਿਆਦਾ ਸੀਗਾ। ਬਹੁਤ ਵੱਡੀ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਿਸ਼ਨਰੀ ਸਕੂਲ ਸੀਗੇ, ਕ੍ਰਿਸਚੀਅਨ ਸਕੂਲ ਸੀਗੇ, ਕਨਵੈਂਟ ਜਿਹੜੀ ਐਜੂਕੇਸ਼ਨ ਦੇ, ਉਹਨਾਂ ਨੇ ਉਹ ਰੋੜਾ ਸੀਗੇ, ਸਗੋਂ ਉਹਨਾਂ ਨੇ ਇੰਟੈਲੈਕਚੁਅਲਿਟੀ ਜਿਹੜੀ ਹੈਗੀ ਹੈ, ਬੁੱਧੀਜੀਵ ਹੋਣ ਦੀ ਜਿਹੜੀ ਇੱਕ ਪ੍ਰਕਿਰਿਆ ਸੀਗੀ ਉਸ ਤੇ ਰੋਕ ਲਾਈ ਹੈਗੀ ਹੈ। ਪਰ ਜੇ ਜਿੱਥੋਂ ਤੱਕ ਅਸੀਂ ਗੱਲ ਕਰੀਏ, ਜੇ ਅਸੀਂ ਗੱਲ ਕਰ ਸਕਦੇ ਹਾਂ ਤਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਇੱਥੇ ਹੋਰ ਤੁਸੀਂ ਕਿਹੜੀਆਂ ਸਮੱਸਿਆਵਾਂ ਜਾਂ ਲੋਕਾਂ ਦਾ ਵਤੀਰਾ ਕਿਵੇਂ ਦਾ ਦੇਖਿਆ, ਹੋਰ ਕਿਵੇਂ ਦੀਆਂ ਤੁਹਾਨੂੰ ਗੱਲਾਂ ਸੁਣਨ ਨੂੰ ਮਿਲੀਆਂ ਜਿਹੜੀਆਂ ਤੁਹਾਨੂੰ ਵੱਖ ਲੱਗੀਆਂ ਤੇ ਤੁਹਾਨੂੰ ਲੱਗਿਆ ਵੀ ਇਹਨਾਂ ਤੇ ਕੰਮ ਕਰਨ ਦੀ ਲੋੜ ਹੈ, ਕਿਉਂਕਿ ਤੁਸੀਂ ਪੰਜਾਬੀ ਵਿਕਾਸ ਮੰਚ ਵੱਲੋਂ ਕੰਮ ਕਰ ਰਹੇ ਹੋ। ਉਹ ਵਤੀਰੇ ਦੀ ਤੁਸੀਂ ਗੱਲ ਕੀਤੀ ਆ ਕਿ ਪੰਜਾਬੀਆਂ ਦੇ, ਮੈਂ ਇਕੱਲੇ ਪੰਜਾਬੀਆਂ ਦੇ ਨਹੀਂ ਕਹਿੰਦਾ, ਸਾਰੇ ਭਾਰਤੀਆਂ ਦੇ ਇੱਕ ਭੂਤ ਸਵਾਰ ਆ ਅੰਗਰੇਜ਼ੀ ਭਾਸ਼ਾ ਦਾ, ਜਿਹੜਾ ਕਿ ਅੰਗਰੇਜ਼ ਵੀ ਕਹਿੰਦੇ ਆ ਤੁਹਾਡੇ ਤੇ ਭੂਤ ਸਵਾਰ ਹੈਗਾ, ਕਿ ਉਹ ਜਿਹੜਾ ਭੂਤ ਆ ਇਹ ਪੰਜਾਬੀਆਂ ਨੂੰ ਲਾਉਣਾ ਪਊਗਾ।
ਔਰ ਮੱਲੋ ਮੱਲੀ ਉਹ ਇਹ ਕਹਿ ਰਹੇ ਆ ਕਿ ਵੀ ਅੰਗਰੇਜ਼ੀ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ, ਅੰਗਰੇਜ਼ੀ ਬਿਨਾਂ ਸਾਨੂੰ ਵਿਗਿਆਨ ਨਹੀਂ ਆ ਸਕਦਾ। ਡਾਕਟਰ ਸਾਹਿਬ 20 ਦਿਨਾਂ ਦੇ ਵਿੱਚ ਤੁਹਾਡੇ ਕਿੱਦਾਂ ਦੇ ਤਜਰਬੇ, ਕਿਵੇਂ ਦੇ ਤਜਰਬੇ ਸੀ? ਡੈਫੀਨੇਟਲੀ ਤੁਸੀਂ ਪੰਜਾਬੀ, ਨਾਨ ਪੰਜਾਬੀ, ਅੰਗਰੇਜ਼ੀ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਮਿਲੇ ਹੋਵੋਗੇ, ਕਿਉਂਕਿ ਤੁਸੀਂ ਇੱਕ ਪਾਰਟਿਕੂਲਰ ਸੰਸਥਾ ਉਸੇ ਨਾਲ ਜੁੜੇ ਹੋ ਜਿਹਦੇ ਤੇ ਤੁਸੀਂ ਇੱਕ ਭਾਸ਼ਾ ਦੀ ਵਿਕਾਸ ਦੀ ਗੱਲ ਕਰ ਰਹੇ ਹੋ। ਆਪਣੀ ਇੱਕ ਪੰਜਾਬ ਦੀ ਉਹ ਜਿਹੜੀ ਮੁੱਢ ਭਾਸ਼ਾ ਹੈ, ਇੱਥੇ ਦੇਖਿਆ ਜਾਏ ਤਾਂ ਮਾਂ ਬੋਲੀ ਜਿਹਨੂੰ ਅਸੀਂ ਕਹਿੰਦੇ ਆ, ਇੱਥੇ ਵੀ ਬਹੁਤ ਸਾਰੇ ਮੰਚ ਨੇ, ਆਰਗੇਨਾਈਜੇਸ਼ਨਸ ਨੇ, ਸੰਸਥਾਵਾਂ ਨੇ, ਜਥੇਬੰਦੀਆਂ ਨੇ ਜਿਹੜੀਆਂ ਕਿ ਇਸ ਦੇ ਲਈ ਜਦੋਜਹਿਦ ਵੀ ਕਰ ਰਹੀਆਂ, ਲੜਾਈ ਵੀ ਕਰ ਰਹੀਆਂ ਨੇ। ਜਿੱਥੇ ਦਫ਼ਤਰਾਂ ਦੀ ਗੱਲ ਕਰ ਲਈਏ, ਉੱਥੇ ਗੱਲ ਕਰ ਰਹੀਆਂ ਨੇ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਉਹ ਵਰਤੋਂ ਹੋਣੀ ਚਾਹੀਦੀ ਹੈ, ਸਾਰੀ ਕੰਮਕਾਜ ਜਿਹੜਾ ਪੰਜਾਬੀ 'ਚ ਹੋਣਾ ਚਾਹੀਦਾ ਹੈ। ਬੋਰਡਸ ਜਿਹੜੇ ਨੇ ਜਾਂ ਮਾਈਲਸਟੋਨਸ ਜਿਹੜੇ ਮੀਲ ਪੱਥਰ ਲਾਏ ਨੇ, ਉਹਨਾਂ ਤੇ ਪੰਜਾਬੀ ਉੱਪਰ ਹੋਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਆਲਰੇਡੀ ਇੱਥੇ ਚੱਲ ਰਹੀਆਂ ਨੇ, ਪਰ ਜਦੋਂ ਤੁਸੀਂ ਤੁਰੇ ਫਿਰੇ ਹੋ, ਤੁਸੀਂ ਕਿੱਦਾਂ ਦਾ ਜਿਹੜਾ ਹੈਗਾ ਪੂਰਾ ਦਾ ਪੂਰਾ ਇੱਕ ਦ੍ਰਿਸ਼ ਦੇਖਿਆ? ਤੁਸੀਂ ਪੁੱਛਿਆ ਹੈਗਾ ਕਿ ਬਈ 20 ਦਿਨਾਂ ਦੇ ਵਿੱਚ ਸਾਨੂੰ ਕੀ ਮਿਲਿਆ ਹੈਗਾ। ਕੱਲ 3-4 ਦਿਨ ਪਹਿਲਾਂ ਮੈਂ ਗੁਰਦਾਸਪੁਰ ਸੀਗੇ ਅਸੀਂ, ਤੇ ਉੱਥੇ ਵੀ ਇਹੀ ਗੱਲ ਚੱਲ ਰਹੀ ਸੀ। ਤੇ ਇੱਕ ਲੇਡੀ ਉਹ ਜੋ ਕੈਮਿਸਟਰੀ ਪੜ੍ਹਾਉਂਦੀ ਸੀ ਕਾਲਜ ਦੇ ਵਿੱਚ, ਉਹ ਮੇਰੇ ਕੋਲ ਆ ਗਈ। ਉਹ ਕਹਿੰਦੀ ਤੁਸੀਂ ਪੰਜਾਬੀ ਦੇ ਵਿੱਚ ਵਿਗਿਆਨ ਪੜ੍ਹਾਉਣ ਦੀ ਗੱਲ ਕਰਦੇ ਆ, ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਹ ਮੁਸ਼ਕਿਲ ਹੱਲ ਕਿੱਦਾਂ ਕੀਤੀ ਜਾ ਸਕਦੀ। ਮੈਂ ਕਿਹਾ ਤੁਸੀਂ ਜੋ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ, ਤੇ ਤੁਸੀਂ ਉਹਨਾਂ ਦੇ ਜਿਹੜੇ ਨੋਟਸ ਲਿਖਦੇ ਹੈਗੇ ਆ, ਉਹ ਪੰਜਾਬੀ 'ਚ ਲਿਖਦੇ ਹੁੰਦੇ ਕਿ ਨਹੀਂ? ਉਹ ਕਹਿੰਦੀ ਜੀ ਉਹ ਤਾਂ ਹੋ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਜਿਹੜੀ ਸ਼ਬਦਾਵਲੀ ਹੈ ਨਹੀਂ ਗੀ। ਮੈਂ ਕਿਹਾ ਸ਼ਬਦਾਵਲੀ ਬਿਲਕੁਲ ਹੈਗੀ ਆ, ਮੈਂ 3 ਕਿਤਾਬਾਂ ਲਿਖੀਆਂ। ਸ਼ਬਦਾਵਲੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੰਜਾਬੀ ਦੇ ਕੋਲ ਆਪਣੀ ਵਿਗਿਆਨਕ ਸ਼ਬਦਾਵਲੀ ਨਾ ਹੋਵੇ। ਤੇ ਅੱਛਾ, ਮੈਂ ਕਿਹਾ ਤੁਹਾਨੂੰ ਇਹ ਪੈਰਲਲ, ਕਿਉਂਕਿ ਤੁਸੀਂ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਨੂੰ ਬਣਾਉਣਾ ਹੈਗਾ ਵਿਗਿਆਨ ਦੀ ਭਾਸ਼ਾ, ਉਹ ਇਸ ਲਈ ਤੁਹਾਨੂੰ ਦੁੱਗਣੀ ਮਿਹਨਤ ਕਰਨੀ ਪੈਣੀ ਹੈ ਐਜ਼ ਐਨ ਇੰਡੀਵਿਜੂਅਲ, ਕਿ ਉਹ ਜਿਹੜੇ ਲੈਕਚਰਰ ਹੈਗੇ ਆ, ਫਿਰ ਤੁਹਾਨੂੰ ਅੰਗਰੇਜ਼ੀ ਵੀ ਤੇ ਉਹਦੀ ਪੰਜਾਬੀ ਵੀ ਬਣਾਉਣੀ ਪੈਣੀ ਆ। ਉਹਦਾ ਜਵਾਬ ਇਹ ਸੀ, ਇਹ ਤਾਂ ਜੀ ਬਹੁਤ ਮੁਸ਼ਕਲ ਕੰਮ ਆ, ਇਹ ਤਾਂ ਨਹੀਂ ਸਾਡੇ ਕੋਲੋਂ ਹੋਣਾ। ਸੋ ਮੈਨੂੰ ਉਹ ਬਹੁਤ ਹੈਰਾਨੀ ਲੱਗੀ ਕਿ ਬਈ ਉਹਨਾਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਹੈਗਾ ਕਿ ਬਈ ਇਹ ਸਾਡੇ ਕੋਲੋਂ ਕੰਮ ਨਹੀਂ ਹੋਣਾ ਤੇ ਨਾ ਅਸੀਂ ਕਰਨਾ ਹੀ। ਤੁਹਾਡੀ ਗੱਲ ਬੜੀ ਦਿਲਚਸਪ ਹੈਗੀ ਹੈ। ਮੈਂ ਆਪਣਾ ਵੀ ਇਹਦੇ ਵਿੱਚ ਤਜਰਬਾ ਜ਼ਰੂਰ ਐਡ ਕਰਨਾ ਚਾਹਾਂਗੀ। ਜਦੋਂ ਮੈਂ ਵੀ ਕਾਲਜ ਪੜ੍ਹਦੀ ਸੀਗੀ ਤੇ ਉਸ ਟਾਈਮ ਤੇ ਤੁਸੀਂ ਤਾਂ ਵਿਗਿਆਨ ਦੀ ਗੱਲ ਕੀਤੀ ਹੈ, ਮੈਂ ਇੱਥੇ ਸਮਾਜਿਕ ਸ਼ਾਸਤਰ ਦੀ ਗੱਲ ਕਰਾਂਗੀ, ਜਾਂ ਫਿਰ ਜਿਹੜਾ ਹੈਗਾ ਪੋਲੀਟੀਕਲ ਸਾਇੰਸ ਜਿਹੜੇ ਇੱਕ ਹੈਗਾ ਸਬਜੈਕਟ, ਉਹਦੀ ਗੱਲ ਕਰਾਂਗੀ। ਉਹਦੇ ਵਿੱਚ ਜੇ ਕਿਸੇ ਨੇ ਪੰਜਾਬੀ 'ਚ ਬਹੁਤ ਸਾਰੇ ਬੱਚੇ ਸੀ ਪੰਜਾਬੀ 'ਚ ਆਪਟ ਕਰਦੇ ਸੀਗੇ, ਪਰ ਅੰਗਰੇਜ਼ੀ ਵਾਲਿਆਂ ਨੂੰ ਤਾਂ ਉਹਦਾ ਲਿਟਰੇਚਰ ਜਿਹੜਾ ਹੈਗਾ ਜਾਂ ਬੁੱਕਸ ਜਿਹੜੀਆਂ ਜਾਂ ਕੈਰੀਕੂਲਮ ਜਿਹੜਾ ਜਾਂ ਸਿਲੇਬਸ ਜਿਹੜਾ ਉਹ ਮਿਲ ਜਾਂਦਾ ਸੀ। ਪੰਜਾਬੀ ਵਾਲਿਆਂ ਨੂੰ ਉਹਦੇ 'ਚ ਬਹੁਤ ਪ੍ਰੋਬਲਮ ਆਉਂਦੀ ਸੀ, ਉਦੋਂ ਵੀ ਆਉਂਦੀ ਸੀ। ਔਰ ਇਹ ਗੱਲ ਘੱਟੋ ਘੱਟ ਮੈਂ 30 ਸਾਲ ਪਹਿਲੇ ਦੀ ਕਰ ਰਹੀ ਹਾਂ। 30 ਸਾਲ ਦੇ ਵਿੱਚ ਤੇ ਤੁਹਾਡੇ ਵੀ ਜੋ ਪਿੱਛੋਂ ਦੀ ਵੀ ਦੇਖੀਏ, ਤੁਸੀਂ ਪੰਜਾਬੀ ਹੋ ਤੇ 30-32 ਸਾਲਾਂ ਤੋਂ ਬਹੁਤ ਟਾਈਮ ਤੋਂ ਪੰਜਾਬੀ ਦੀ ਗੱਲ ਚੱਲ ਰਹੀ ਹੈ। 20 ਦਿਨਾਂ ਦੇ ਵਿੱਚ ਤੁਸੀਂ ਵੀ ਉਹੀ ਗੱਲ ਕਰ ਰਹੇ ਹੋ, 30 ਸਾਲ ਪਹਿਲੇ ਦੀ ਮੈਂ ਵੀ ਉਹੀ ਗੱਲ ਸੁਣਾਈ ਹੈ। ਕੋਈ ਲੱਗਦਾ ਤੁਹਾਨੂੰ ਵੀ ਕੁਝ ਚੇਂਜ ਆ ਸਕਦਾ? ਕਿਉਂਕਿ ਜਦੋਜਹਿਦ ਆਪਾਂ ਬਹੁਤ ਲੰਮੇ ਅਰਸੇ ਤੋਂ ਕਰ ਰਹੇ ਹਾਂ। ਚੇਂਜ ਆ ਸਕਦਾ ਜੇਕਰ ਪੰਜਾਬੀ ਆਪਣੀ ਮਾਨਸਿਕਤਾ ਨੂੰ ਬਦਲਣ। ਜਿਸ ਤਰ੍ਹਾਂ ਮੈਂ ਕਿਹਾ ਹੀ ਆ, ਸਾਨੂੰ ਬਹੁਤ ਧੱਕਾ ਲੱਗਾ ਇਸ ਦੇ ਵਿੱਚ ਕਿ ਉਹ ਕਰਨਾ ਹੀ ਨਹੀਂ ਚਾਹੁੰਦੇ, ਕਿ ਜਿਹੜਾ ਉਹ ਲੇਡੀ ਨੇ ਕਹਿਤਾ ਨਹੀਂ ਇਹ ਤਾਂ ਬਹੁਤ ਮੁਸ਼ਕਲ ਕੰਮ ਆ, ਇਹ ਤਾਂ ਨਹੀਂ ਜੀ ਹੋ ਸਕਦਾ। ਕਿਹੜੀ ਚੀਜ਼ ਆ ਜਿਹੜੀ ਕਿ ਨਹੀਂ ਹੋ ਸਕਦੀ? ਤੁਹਾਨੂੰ ਆਪਣੀ ਜਿਹੜੀ ਮਾਨਸਿਕਤਾ, ਆਪਣਾ ਰਵੱਈਆ ਬਦਲਣਾ ਪਊਗਾ। ਇਹ ਕੰਮ ਮੈਂ ਕਰਨਾ ਹੀ ਕਰਨਾ ਆ। ਜੇਕਰ ਅਮਰੀਕੀ ਕਹਿ ਸਕਦੇ ਆ ਵੀ ਅਗਲੇ 6 ਸਾਲਾਂ ਦੇ ਵਿੱਚ ਅਸੀਂ ਚੰਦ ਤੇ ਪਹੁੰਚਣਾ, ਉਹ ਪਹੁੰਚ ਗਏ। ਉਹ ਜਦੋਂ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਨਾ 1966 ਦੇ ਵਿੱਚ, ਉਹਨੇ ਕਿਹਾ ਸੀ ਕਿ ਇਹ 1970 ਤੱਕ ਅਸੀਂ ਚੰਦ ਤੇ ਜਾਣਾ, ਉਹਨਾਂ ਨੇ ਕਰਕੇ ਦਿਖਾਤਾ। ਇਸ ਲਈ ਇੱਥੋਂ ਦੇ ਲੋਕ ਜਿਹੜੇ ਆ ਨਾ ਡਿਫੀਟਿਸਟ ਜ਼ਿਆਦਾ ਹੈਗੇ ਆ, ਕਿ ਬਈ ਉਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿਤਾ ਜੀ ਅਸੀਂ ਹਾਰ ਗਏ ਹੈਗੇ ਆ। ਉਹ ਜਿਹੜੀ ਮਾਨਸਿਕਤਾ ਆ, ਹੁਣ ਅਸੀਂ ਰਿਵਿਊ ਕਰਾਂਗੇ ਜਾ ਕੇ ਵੀ ਸਾਡਾ ਜਿਹੜਾ ਰਵੱਈਆ ਸੀ, ਜੋ ਅਸੀਂ ਐਕਸਪੈਕਟ ਕਰਦੇ ਸੀਗੇ ਕਿ ਬਈ ਪੰਜਾਬੀਆਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਨੂੰ ਕਹਾਂਗੇ ਵੀ ਮਿਹਨਤ ਕਰੋ, ਸਭ ਕੁਝ ਹੋ ਸਕਦਾ। ਲੇਕਿਨ ਇੱਥੇ ਤਾਂ ਹਰ ਜਗ੍ਹਾ ਤੇ ਇਹੀ ਆ ਨਹੀਂ ਜੀ ਹੋ ਸਕਦਾ, ਇਹ ਕਦੇ ਨਹੀਂ ਹੋ ਸਕਦਾ। ਜਿਹੜੀ ਭਾਸ਼ਾ ਉਹ ਅਖਬਾਰਾਂ 'ਚ ਲਿਖੀ ਜਾਂਦੀ ਆ, ਸਾਨੂੰ ਮਹਿਸੂਸ ਹੁੰਦਾ ਕਿ ਬਈ ਉਹ ਅੰਗਰੇਜ਼ੀ ਨੂੰ ਗੁਰਮੁਖੀ ਦੇ ਵਿੱਚ ਲਿਖ ਕੇ ਉਹਨੂੰ ਪੰਜਾਬੀ ਕਹੀ ਜਾਂਦੇ ਆ। ਉਹ ਇਹ ਕਿਹੜੀ ਭਾਸ਼ਾ ਹੋਈ? ਹੁਣ ਤੁਸੀਂ ਅਖਬਾਰਾਂ ਵਾਲੇ ਆ, ਇਹ ਕੰਮੇ ਹੀ ਇਹ ਕਰਦੇ ਆ। ਜਿਹੜਾ CM ਆ ਉਹਨੂੰ ਗੁਰਮੁਖੀ ਦੇ ਵਿੱਚ ਲਿਖ ਦਿੰਦੇ ਆ, ਜਿਹੜਾ ਪ੍ਰਾਈਮ ਮਿਨਿਸਟਰ ਆ ਉਹਨੂੰ PM ਪਾ ਦਿੰਦੇ ਆ, ਜਿੰਨੇ ਵੀ ਗੈਂਗਸਟਰ ਲਿਖ ਦਿੰਦੇ ਆ। ਉਹਨਾਂ ਨੂੰ ਬਦਮਾਸ਼ ਨਹੀਂ ਕਹਿਣਾ, ਉਹਨਾਂ ਦੇ ਗੈਂਗਸਟਰ ਜਿੰਨੇ ਵੀ ਅਖਬਾਰ ਹੈਗੇ ਆ, ਉਹ ਇਸ ਤਰ੍ਹਾਂ ਦੀ ਭਾਸ਼ਾ ਨਾਲ ਭਰੇ ਪਏ ਆ ਕਿ ਉਹਨਾਂ ਨੂੰ ਮੇਰਾ ਖਿਆਲ ਸੈਟਿਸਫੈਕਸ਼ਨ ਹੋ ਜਾਂਦੀ ਆ ਕਿ ਬਈ ਜੇਕਰ ਅਸੀਂ ਅੰਗਰੇਜ਼ੀ ਨੂੰ ਗੁਰਮੁਖੀ 'ਚ ਲਿਖ ਦਈਏ ਤਾਂ ਉਹ ਪੰਜਾਬੀ ਬਣ ਗਏ।
ਇਹਦੇ ਨਾਲ ਗੱਲ ਨਹੀਂ ਬਣਨੀ ਹੈਗੀ। ਇਹ ਜਿਹੜਾ ਕੰਮ ਆ ਨਾ, ਇਹਨਾਂ ਨੂੰ ਸਿੱਖਣਾ ਪਏਗਾ ਔਰ ਇਹ ਆਪਣੇ ਆਪ ਨੂੰ ਦੱਸਣਾ ਪਊਗਾ ਕਿ ਇਹ ਸਖਤ ਕੰਮ ਆ, ਮਿਹਨਤ ਦੇ ਤੋਂ ਬਗੈਰ ਨਹੀਂ ਹੋ ਸਕਦਾ। ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਥੋਂ ਕਾਫੀ ਕੁਝ ਡਾਕਟਰ ਸਾਹਿਬ ਤੁਸੀਂ ਲੈ ਕੇ ਜਾ ਰਹੇ ਹੋ, ਜੋ ਵੀ ਇੱਥੋਂ ਦੇ ਐਕਸਪੀਰੀਅੰਸ ਆਪਣੇ ਤਜਰਬੇ ਲੈ ਕੇ ਜਾ ਰਹੇ ਹੋ, ਜਿਹੜਾ ਉਧਰ ਵਾਲੇ ਸਾਈਡ ਤੇ ਹੈਗਾ ਉੱਥੇ ਕਿਵੇਂ ਕੰਮ ਕਰ, ਉੱਥੇ ਲੋਕਾਂ ਦੀ ਤਾਂਗ ਕਿੰਨੀ ਕੁ ਹੈਗੀ ਹੈ ਪੰਜਾਬੀ ਦੇ ਨਾਲ, ਤੇ ਇੱਧਰ ਜਿਹੜਾ ਤੁਸੀਂ ਇਹ ਔਖਾ ਦੇਖਿਆ ਕਿ ਨਹੀਂ ਪੰਜਾਬੀ ਦੇ ਵਿੱਚ ਵਿਗਿਆਨ ਨੂੰ ਜਾਂ ਹੋਰ ਜਿਹੜੇ ਹੈਗੇ ਆ ਉਹਨਾਂ ਨੂੰ ਢਾਲਣਾ ਚਾਹੁੰਦੇ, ਜਾਂ ਮਿਹਨਤ ਦੀ ਤੁਸੀਂ ਗੱਲ ਕੀਤੀ, ਉਹ ਹੁਣ ਤਾਂ ਇਹ ਦੋ ਗੱਲਾਂ ਹੋ ਗਈਆਂ ਨਾ ਜੀ। ਇੱਕ ਪਾਸੇ ਤਾਂ ਤੁਸੀਂ ਭਾਸ਼ਾ ਦੇ ਵਿਕਾਸ ਦੀ ਗੱਲ ਕਰ ਰਹੇ ਹੋ, ਇੱਥੇ ਤੇ ਮਾਨਸਿਕਤਾ ਨੂੰ ਬਦਲਣ ਦੀ ਵੀ ਗੱਲ ਹੋ ਗਈ ਹੈ, ਤੇ ਇਹਦੇ ਦੋਨਾਂ ਨੂੰ ਕਲੱਬ ਕਰਕੇ ਕੰਮ ਕਰੋਗੇ। ਹੁਣ ਤੁਸੀਂ ਉੱਥੇ ਦੇ ਪੰਜਾਬੀਆਂ ਦਾ ਪੁੱਛਿਆ ਹੈਗਾ ਕਿ ਉਹਨਾਂ ਨੂੰ ਬਹੁਤ ਤਾਂਗ ਹੈਗੀ ਆ, ਉਹ ਆਪਣੇ ਬੱਚਿਆਂ ਨੂੰ ਚਾਹੁੰਦੇ ਆ ਕਿ ਬਈ ਉਹ ਆਪਣੀ ਜਿਹੜੀ ਪਰੰਪਰਾ ਆ ਉਹਦੇ ਨਾਲ ਜੁੜੇ ਰਹਿਣ। ਉਹਨਾਂ ਦੀ ਮੁਸੀਬਤ ਇਹੀ ਆ ਕਿ ਜਦ ਉਹ ਬੱਚਿਆਂ ਨੂੰ ਇੱਧਰ ਪੰਜਾਬ ਵਿੱਚ ਲੈ ਕੇ ਆਉਂਦੇ, ਮੈਂ ਤੁਹਾਨੂੰ ਆਪਣੀ ਦੱਸ ਦਿੰਦਾ ਕਿ ਅੱਜ ਤੋਂ 20 ਸਾਲ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਸੀ। ਉਹ ਮੈਨੂੰ ਮੇਰੀਆਂ ਬੇਟੇ ਕਹਿੰਦੇ, ਡੈਡ ਅਸੀਂ ਤਾਂ ਇੱਥੇ ਆਏ ਸੀਗੇ ਪੰਜਾਬੀ ਬੋਲਣ, ਤੇ ਉਹ ਸਾਡੇ ਨਾਲ ਤਾਂ ਅੰਗਰੇਜ਼ੀ ਬੋਲਦੇ ਆ। ਉਹ ਮੇਰੀ ਪਤਨੀ ਨਾ ਇੱਥੋਂ ਦੀ ਪੜ੍ਹੀ ਹੋਈ ਆ, ਉਹਦੀਆਂ ਸਹੇਲੀਆਂ ਮਿਲਣ ਆਈਆਂ, ਉਹ ਸਹੇਲੀਆਂ ਕਹਿਣ, ਬੇਟੇ ਤੁਸੀਂ ਇਹਦੇ ਨਾਲ ਗੱਲ ਕਰੋ ਅੰਗਰੇਜ਼ੀ ਦੇ ਵਿੱਚ, ਤੁਹਾਨੂੰ ਜ਼ਿਆਦਾ ਅੰਗਰੇਜ਼ੀ ਸਿੱਖੋਗੇ ਤੁਸੀਂ। ਤੇ ਹੁਣ ਉਹਨਾਂ ਦੇ ਮਨ ਦੇ ਵਿੱਚ ਹੋ ਗਿਆ ਕਿ ਬਈ ਪੰਜਾਬ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉੱਥੇ ਪੰਜਾਬੀ ਜਦ ਬੋਲਦੇ ਹੀ ਨਹੀਂ ਹੈਗੇ ਤਾਂ ਉਹ ਕਿਸ ਤਰ੍ਹਾਂ ਸਿੱਖ ਲੈਣਗੇ। ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਸੀ ਕਿ ਤੁਸੀਂ ਪੰਜਾਬੀ ਦੀਆਂ ਫਿਲਮਾਂ ਦੇਖਿਆ ਕਰੋ, ਜਾਂ ਜਿਹੜੀਆਂ ਭਾਰਤ ਦੀਆਂ ਫਿਲਮਾਂ ਬਣਦੀਆਂ ਬੰਬਈ ਦੇ ਵਿੱਚ। ਉਹ ਕਹਿੰਦੇ, ਡੈਡ ਆਹ ਦੇਖਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਕਿ ਇਹ ਨਾ ਹਿੰਦੀ ਬੋਲਦੇ, ਨਾ ਪੰਜਾਬੀ ਬੋਲਦੇ, ਨਾ ਅੰਗਰੇਜ਼ੀ। ਡਾਕਟਰ ਸਾਹਿਬ, ਮੇਰਾ ਸਵਾਲ ਇਹ ਸੀਗਾ ਕਿ ਹੁਣ ਤੁਸੀਂ ਇਹ ਲੈ ਕੇ ਜਾ ਰਹੇ ਹੋ ਜਿਸ ਤਰੀਕੇ ਨਾਲ, ਤੁਸੀਂ ਕਹਿ ਰਹੇ ਹੋ ਕਿ ਮਾਨਸਿਕਤਾ ਬਦਲਣ ਦੀ ਲੋੜ ਹੈਗੀ ਹੈ ਲੋਕਾਂ ਦੇ, ਤਾਂ ਪਹਿਲੇ ਮਤਲਬ ਕਿ ਜਿਹੜਾ ਰੁਖ ਹੈ, ਰਵੱਈਆ ਹੈਗਾ, ਹੁਣ ਤੁਸੀਂ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਕੰਮ ਤੁਹਾਡੀ ਜਥੇਬੰਦੀ ਕਰ ਰਹੀ ਹੈ, ਤੇ ਹੁਣ ਮਾਨਸਿਕਤਾ ਵੀ ਬਦਲਣ ਦੀ ਵਿੱਚ ਗੱਲ ਆ ਗਈ, ਕਿਉਂਕਿ ਇਹੀ ਬ੍ਰੇਕਾਂ ਲਾ ਰਹੀ ਹੈ, ਇਹੀ ਰੁਕਾਵਟ ਪੈਦਾ ਕਰ ਰਹੀ ਹੈ। ਹੁਣ ਤੁਸੀਂ ਇਹਨਾਂ ਦੋਨਾਂ ਤੇ ਕੰਮ ਕਰੋਗੇ, ਕੀ ਤੁਹਾਡਾ ਖਾਕਾ ਕੀ ਬਣਾਓਗੇ ਅੱਗੇ? ਮੈਂ ਹੁਣੇ ਗੱਲ ਕਰਦਾ ਸੀ ਆਪਣੇ ਸਾਥੀਆਂ ਨਾਲ ਕਿ ਬਈ ਆਪਾਂ ਵਾਪਸ ਜਾ ਕੇ ਸਾਨੂੰ ਰਿਵਿਊ ਕਰਨਾ ਪੈਣਾ, ਜੋ ਅਸੀਂ ਮਨ ਦੇ ਵਿੱਚ ਲੈ ਕੇ ਆਏ ਸੀ, ਵੀ ਉਹਨਾਂ ਨਾਲ ਬੈਠਾ ਉੱਠਾਂਗੇ, ਉਹਨਾਂ ਨੂੰ ਕਹਾਂ ਕਿ ਬਈ ਇਦਾਂ ਤਰੱਕੀ ਹੋ ਸਕਦੀ ਆ। ਲੇਕਿਨ ਅਸੀਂ ਦੇਖਿਆ ਕਿ ਬਈ ਇਹ ਪੰਜਾਬੀ ਭਾਸ਼ਾ ਦੀ ਸਮੱਸਿਆ ਨਹੀਂ ਹੈਗੀ, ਇਹ ਪੰਜਾਬੀ ਮਾਨਸਿਕਤਾ ਦੀ ਸਮੱਸਿਆ ਹੈਗੀ ਆ ਕਿ ਅਸੀਂ ਇਹ ਪੰਜਾਬੀ ਦੇ ਵਿਕਾਸ ਦੇ ਵਿੱਚ ਕੰਮ ਹੋਰ ਕਰਨਾ ਆ, ਤੇ ਉਹ ਜਿਹੜੀ ਮਾਨਸਿਕਤਾ ਆ ਉਹਨੂੰ ਆਪਾਂ ਟੈਕਲ ਕਿਸ ਤਰ੍ਹਾਂ ਕਰਾਂਗੇ। ਇਹਨਾਂ ਲੋਕਾਂ ਨੂੰ, ਪੰਜਾਬੀਆਂ ਨੂੰ ਇਹ ਕਿਸ ਤਰ੍ਹਾਂ ਕਵੇਂ ਤੁਹਾਡੇ 'ਚ ਮਾਨਸਿਕਤਾ ਦੀ ਪ੍ਰੋਬਲਮ ਆ, ਤੁਹਾਡੇ ਸਮੱਸਿਆ ਜਿਹੜੀ ਉਹ ਪੰਜਾਬੀ ਭਾਸ਼ਾ ਦੀ ਨਹੀਂ ਹੈਗੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ, ਚਿੜੀਆਂ ਸੇ ਮੈਂ ਬਾਜ ਲੜਾਊਂ। ਉਹਨਾਂ ਨੇ ਦੇਖ ਲਿਆ ਸੀ ਕਿ ਯਾਰ ਜੇ ਮੁਗਲ ਇੱਥੇ ਆਉਂਦੇ ਆ ਤੇ ਇਹ ਦੌੜ ਜਾਂਦੇ ਆ, ਕਮਾਦੀ 'ਚ ਵੜ ਜਾਂਦੇ ਆ। ਉਹਨੇ ਕਿਹਾ ਸੀ, ਮੈਂ ਇਹਨਾਂ ਨੂੰ ਸ਼ੇਰ ਬਣਾਉਂਗਾ ਤਾਂ ਕਿ ਇਹ ਮੁਗਲਾਂ ਦੇ ਨਾਲ ਲੜ ਸਕਣ, ਔਰ ਉਹਨਾਂ ਨੇ ਇੱਕ ਕੀ ਕਹਿੰਦੇ ਮਿਸਾਲ ਕਾਇਮ ਕੀਤੀ ਸੀ। ਮੇਰਾ ਖਿਆਲ ਹੈ ਕਿ ਸਾਨੂੰ ਵੀ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖਣਾ ਪੈਣਾ ਕਿ ਬਈ ਇੱਥੋਂ ਦੀ ਜਿਹੜੀ ਮਾਨਸਿਕਤਾ ਹੈ ਨਾ, ਭੇਡਾਂ ਨੂੰ ਸ਼ੇਰ ਬਣਾਉਣ ਦੀ ਸਮੱਸਿਆ ਆ, ਨਾ ਕਿ ਪੰਜਾਬੀ ਭਾਸ਼ਾ ਦੀ ਸਮੱਸਿਆ। ਹੁਣ ਇਹ ਨਹੀਂ ਪਤਾ ਵੀ ਅਸੀਂ ਕਰਨਾ ਕਿੱਦਾਂ ਆ, ਉਹ ਵਾਪਸ ਜਾ ਕੇ ਦੇਖਾਂਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਇਹ ਸਾਡੇ ਨਾਲ ਸੀ ਕਿ ਡਾਕਟਰ ਬਲਦੇਵ ਸਿੰਘ ਕੰਡੋਲਾ, ਜਿਹੜੇ ਕਿ ਯੂਕੇ ਤੋਂ ਇੱਥੇ ਆਏ ਨੇ, ਪੰਜਾਬੀ ਵਿਕਾਸ ਮੰਚ ਉੱਥੇ ਇੱਕ ਜਥੇਬੰਦੀ ਉਹਨੂੰ ਚਲਾ ਰਹੇ ਨੇ, ਤੇ ਉਹਨਾਂ ਨੇ ਥੋੜਾ ਜਿਹਾ ਤਾਂ ਪੈਸੀਮਿਸਟਿਕ, ਥੋੜੇ ਜਿਹੇ ਨਿਰਾਸ਼ ਲੱਗੇ ਇੱਥੇ ਆ ਕੇ। 20 ਦਿਨ ਉਹਨਾਂ ਨੂੰ ਇੱਥੇ ਆਏ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਪੰਜਾਬੀ ਭਾਸ਼ਾ ਦੀ ਗੱਲ ਬਾਤ ਦੀ ਹੈ, ਪਰ ਪਹਿਲੇ ਤਾਂ ਸਾਨੂੰ ਮਾਨਸਿਕਤਾ 'ਚ ਹੀ ਕੁਝ ਦਿੱਕਤ ਤੇ ਰੁਕਾਵਟਾਂ ਲੱਗੀਆਂ ਕਿ ਜੇ ਅਸੀਂ ਕਿਸੇ ਟੀਚਰ ਨਾਲ ਗੱਲ ਕੀਤੀ ਜਾਂ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਅੰਗਰੇਜ਼ੀ ਜ਼ਿਆਦਾ ਭਾਉਂਦੀ ਹੈ। ਉਹ ਕਹਿੰਦੇ ਵੀ ਇੰਟਰਨੈਸ਼ਨਲ ਭਾਸ਼ਾ ਹੈਗੀ ਹੈ, ਕੌਮੀ ਪੱਧਰ ਦੀ ਭਾਸ਼ਾ ਹੈਗੀ ਹੈ, ਪਰ ਉਹਨਾਂ ਦਾ ਮੰਨਣਾ ਇਹ ਹੈਗਾ ਕਿ ਅੰਗਰੇਜ਼ੀ ਕੌਮੀ ਪੱਧਰ ਦੀ ਭਾਸ਼ਾ ਨਹੀਂ ਹੈਗੀ। ਤਾਂ ਕਰਕੇ ਨਹੀਂ ਹੈਗੀ ਕਿ ਜੇ ਜਾਪਾਨ ਜਾਂ ਦੂਜੇ ਕਈ ਦੇਸ਼ਾਂ 'ਚ ਜਾਓ ਜਿੱਥੇ ਕਿ ਉਹਨਾਂ ਮੁਲਕਾਂ ਦੇ ਵਿੱਚ ਉਹ ਆਪਣੀ ਭਾਸ਼ਾ ਨੂੰ ਜਿਹੜੇ ਜ਼ਿਆਦਾ ਤਰਜੀਹ ਦਿੰਦੇ ਨੇ, ਉਸ ਜਗ੍ਹਾ ਤੇ ਇਹ ਗੱਲ ਵੱਖ ਹੋ ਜਾਂਦੀ ਹੈ, ਬਿਲਕੁਲ ਦੂਰ ਹੋ ਜਾਂਦੀ ਹੈ ਕਿ ਕੌਮੀ ਪੱਧਰ ਦੀ ਭਾਸ਼ਾ ਜਿਹੜੀ ਹੈਗੀ ਹੈ ਉਹ ਅੰਗਰੇਜ਼ੀ ਹੈਗੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਾ ਕੇ ਦੁਬਾਰਾ ਰਿਵਿਊ ਕਰਾਂਗੇ ਕਿ ਮਾਨਸਿਕਤਾ ਚੇਂਜ ਕਰਨ ਦੀ ਲੋੜ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਧਰਮਿੰਦਰ ਸੰਧੂ। ਖਬਰਾਂ ਦਾ ਸਿਰਾ ਪ੍ਰੋਗਰਾਮ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ, ਉਸ ਨੂੰ ਤੁਸੀਂ ਰੋਜ਼ਾਨਾ ਸਵੇਰੇ ਦੇਖਦੇ ਹੋ, ਪਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਥੋੜੀ ਜਿਹੀ ਤਬਦੀਲੀ ਆਈ ਹੈ। ਤਬਦੀਲੀ ਸਮੇਂ 'ਚ ਆਈ ਹੈ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਲਾਈਵ ਦੇਖ ਸਕੋਗੇ। ਯਾਨੀ ਕਿ ਭਾਰਤੀ ਸਮਾਂ ਜਦੋਂ ਭਾਰਤ ਦੇ ਵਿੱਚ 7 ਵਜੇ ਨੇ ਤਾਂ ਉਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਸਕੋਗੇ। 7 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਹੋਵੇਗਾ।
ਜਿਸ ਤਰ੍ਹਾਂ ਰੋਜ਼ਾਨਾ ਤੁਸੀਂ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਖਬਰਾਂ ਦਾ ਸਿਰਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਉਸੇ ਤਰ੍ਹਾਂ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਤੁਸੀਂ ਰੋਜ਼ਾਨਾ ਜੁੜਨਾ ਹੈ। ਪਹਿਲਾਂ ਇਹ ਪ੍ਰੋਗਰਾਮ 8:30 ਤੋਂ ਲੈ ਕੇ 9:30 ਵਜੇ ਤੱਕ ਭਾਰਤੀ ਸਮੇਂ ਦੇ ਮੁਤਾਬਕ ਪ੍ਰਸਾਰਿਤ ਕੀਤਾ ਜਾਂਦਾ ਸੀ, ਲਾਈਵ ਕੀਤਾ ਜਾਂਦਾ ਸੀ। ਤੇ ਹੁਣ ਜਿਸ ਤਰ੍ਹਾਂ ਦੇ ਨਾਲ ਬਦਲਾਅ ਆਉਂਦੇ ਨੇ, ਮੌਸਮ ਦੇ ਵਿੱਚ ਵੀ ਬਦਲਾਅ ਆਉਂਦੇ ਨੇ, ਉਸੇ ਤਰ੍ਹਾਂ ਅਮਰੀਕਾ ਕੈਨੇਡਾ ਦਾ ਟਾਈਮ ਵੀ ਬਦਲ ਜਾਂਦਾ ਹੈ, ਤਾਂ ਉਹਦੇ ਮੁਤਾਬਕ ਅਸੀਂ ਵੀ ਥੋੜ੍ਹਾ ਜਿਹਾ ਬਦਲਾਅ ਕੀਤਾ ਹੈ। ਭਾਰਤੀ ਸਮਾਂ ਬਦਲ ਦਿੱਤਾ ਗਿਆ। ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਖਬਰਾਂ ਦਾ ਸਿਰਾ, ਜਿਹਦਾ ਤੁਸੀਂ ਹਿੱਸਾ ਹੋ, ਪਰਿਵਾਰ ਦਾ ਹਿੱਸਾ ਹੋ D5 ਚੈਨਲ ਪੰਜਾਬੀ ਦੇ, ਉਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਦੇਖੋਗੇ। ਇਹਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, ਸੁਝਾਅ ਦੇ ਸਕਦੇ ਹੋ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਆਪਣੇ ਗਲੀ ਮੁਹੱਲੇ, ਹਲਕੇ, ਇਲਾਕੇ ਦਾ ਕੋਈ ਵੀ ਮੁੱਦਾ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਸਾਂਝਾ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਹੀ ਗੁਰਨਾਮ ਸਿੰਘ ਕੀਦਾ, ਸੀਨੀਅਰ ਪੱਤਰਕਾਰ ਤੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਵੀ ਸ਼ਿਰਕਤ ਕਰਿਆ ਕਰਨਗੇ ਟਾਈਮ ਟੂ ਟਾਈਮ, ਤੇ ਨਾਲ ਹੀ ਮੈਂ ਵੀ ਤੁਹਾਡੇ ਨਾਲ ਹਾਜ਼ਰ ਹੋਇਆ ਕਰਾਂਗਾ। ਤੇ ਰੋਜ਼ਾਨਾ ਤੁਸੀਂ ਹੁਣ ਪ੍ਰੋਗਰਾਮ ਦੇਖਣਾ ਹੈ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ। 7 ਤੋਂ ਲੈ ਕੇ 8 ਵਜੇ ਤੱਕ ਭਾਰਤੀ ਸਮੇਂ ਮੁਤਾਬਕ ਅਸੀਂ ਤੁਹਾਡੇ ਨਾਲ ਰੋਜ਼ਾਨਾ ਰੂਬਰੂ ਹੋਇਆ ਕਰਾਂਗੇ ਤੁਹਾਡੇ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਖਬਰਾਂ ਦੇ ਸਿਰੇ ਦੇ ਵਿੱਚ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।